आई थिंक ਸਪਟੈਂਬਰ ਦੀ ਗੱਲ ਹੈ ਜਦੋਂ ਮੈਂ ਲਾਸ ਪੜ੍ਹੇ ਫਾਈਨਲੀ ਐਂਡ ਆਈ ਰਿਅਲਾਈਜ਼ ਕਿ ਇਸ ਨਾਲ ਤਾਂ ਸਾਰੀ ਬਰਬਾਦੀ ਹੋ ਜਾਣੀ ਹੈ ਆਪਣੀ। ਮਤਲਬ ਨਾਟ ਸਿਰਫ ਇਹ ਕਿਸਾਨਾਂ ਨਾਲ, ਨਾ ਸਿਰਫ ਇਹ ਉਹਨਾਂ ਕਿਸਾਨਾਂ ਨਾਲ ਹੀ ਜੁੜੇ ਹੋਏ ਨੇ, ਬਟ ਪੂਰੇ ਦੇਸ਼ ਦੀ ਜਿਵੇਂ ਸਾਰੀ ਇਕਨੋਮਿਕ ਪਾਲਿਸੀ ਨੂੰ ਹੀ ਇਹ ਹਿੱਟ ਕਰਦੇ ਹੈਗੇ ਆ। ਮੇਰੇ ਫਾਦਰ ਫਾਰਮਿੰਗ ਬੈਕਗਰਾਉਂਡ ਸੀ, ਉਹਨਾਂ ਨੂੰ ਛੱਡਣਾ ਪਿਆ ਸੀ ਫਾਰਮਿੰਗ ਬਿਕਾਜ਼ ਉਹ ਵਾਇਬਲ ਆਪਸ਼ਨ ਨਹੀਂ। ਤੇ ਜਦੋਂ ਮੈਂ ਹਜੇ ਤੱਕ ਆਪਣੇ ਫਾਦਰ ਨੂੰ ਵੇਖਦੀ ਹਾਂ ਕਿ ਉਹ ਮਿਸ ਕਰਦੇ ਆ, ਲੋਕਾਂ ਦੀ ਅਟੈਚਮੈਂਟ ਹੁੰਦੀ ਆ ਉਹਨਾਂ ਦੇ ਲੈਂਡ ਨਾਲ, ਉਹਨਾਂ ਦੇ ਕਲਚਰ ਨਾਲ। ਐਂਡ ਮੈਂ ਨਹੀਂ ਚਾਹੁੰਦੀ ਸੀ ਕਿ ਕਿਸੇ ਹੋਰ ਨੂੰ ਵੀ ਉਸੇ ਚੀਜ਼ਾਂ ਨਾਲ ਜੂਝਣਾ ਪਏ ਜਿਹੜੇ ਮੇਰੇ ਫਾਦਰ ਨੂੰ ਵੇਖਣੀਆਂ ਪਈਆਂ। ਪਾਰਟਿਕੂਲਰ ਬਿਲਸ ਹੈ ਜਿਹੜੀ ਫੂਡ ਸਿਕਿਉਰਿਟੀ ਨੂੰ ਤੇ ਇਕਨੋਮਿਕ ਸਟੇਬਿਲਿਟੀ ਨੂੰ ਸਿੱਧਾ ਅਟੈਕ ਕਰ ਰਹੇ ਨੇ। ਤਾਂ ਇਹ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀ ਕਿ ਇਹਦੇ ਵਿੱਚ ਪਾਰਟਿਸਿਪੇਸ਼ਨ ਕਰੀਏ, ਚਾਹੇ ਸੋਸ਼ਲ ਮੀਡੀਆ ਤੇ ਚਾਹੇ ਗਰਾਊਂਡ ਤੇ। ਸਭ ਤੋਂ ਪਹਿਲਾ ਚੈਲੰਜ ਤਾਂ ਪੀਰੀਅਡਸ ਦੇ ਵਿੱਚ ਹੀ ਬਹੁਤ ਜ਼ਿਆਦਾ ਸੀ। ਮਤਲਬ ਕਿ ਵਾਸ਼ਰੂਮਸ ਬਹੁਤ ਘੱਟ ਸੀਗੇ ਐਂਡ ਈਵਨ ਦੋ ਪੀਰੀਅਡਸ ਦੇ ਜਿੰਨੇ ਵੀ ਮਟੀਰੀਅਲ ਸੀ ਜਿਵੇਂ ਨੈਪਕਿਨ ਵਗੈਰਾ ਸਭ ਉਹਨਾਂ ਨੇ ਪ੍ਰੋਵਾਈਡ ਕੀਤੇ ਸੀਗੇ, ਬਟ ਜਦੋਂ ਵਾਸ਼ਰੂਮਸ ਹੀ ਹੈ ਨਹੀਂ ਗੇ ਤਾਂ ਤੁਸੀਂ ਚੇਂਜ ਕਿੱਥੇ ਕਰੋਗੇ। ਹੌਲੀ ਹੌਲੀ ਉਹ ਸਾਰੀਆਂ ਪ੍ਰੋਬਲਮਸ ਤਾਂ ਸਾਰੀਆਂ ਸੋਲਵ ਹੋ ਗਈਆਂ, ਹੋਰ ਵਾਸ਼ਰੂਮ ਸੈਟਅਪ ਹੋ ਗਏ, ਸਭ ਕੁਝ ਹੋ ਗਿਆ, ਕਿਉਂਕਿ ਇਹ ਜਿਹੜਾ ਪ੍ਰੋਟੈਸਟ ਹੈਗਾ ਸੋਸਾਇਟੀ ਦਾ ਹੀ ਪਾਰਟ ਹੈਗਾ। ਤੇ ਜਿਹੜੀਆਂ ਪ੍ਰੋਬਲਮਸ ਆਪਣੀਆਂ ਸੋਸਾਇਟੀ ਦੀਆਂ ਹੈਗੀਆਂ ਉਹ ਸਾਰੀਆਂ ਇਸ ਪ੍ਰੋਟੈਸਟ ਵੀ ਚੱਲ ਕੇ ਆ ਗਈਆਂ। ਸਭ ਤੋਂ ਵੱਡੀ ਪ੍ਰੋਬਲਮ ਤਾਂ ਜਿਹੜੀ ਆਪਾਂ ਸੈਕਸਿਜ਼ਮ ਫੇਸ ਕਰਦੇ ਹੈਗੇ ਆ। ਮੈਨੂੰ ਯਾਦ ਹੈ ਇੱਕ ਮੇਰੇ ਮੁੰਡੇ ਫਰੈਂਡ ਨੂੰ ਇੱਕ ਬਾਬਾ ਜੀ ਨੇ ਇਹ ਗੱਲ ਆਖੀ ਸੀਗੀ ਕਿ ਆਹ ਕੁੜੀ ਇੱਥੇ ਕਿਵੇਂ ਤੁਰੀ ਫਿਰਦੀ ਹੈ, ਸਾਡੇ ਅਸੀਂ ਇੰਨੇ ਚੰਗੇ ਘਰ ਦੇ ਹੈ, ਇਹ ਕੁੜੀ ਵੀ ਚੰਗੇ ਘਰ ਦੀ ਲੱਗਦੀ ਹੈ, ਚੰਗੇ ਘਰਾਂ ਦੀਆਂ ਕੁੜੀਆਂ ਥੋੜਾ ਨਾ ਪ੍ਰੋਟੈਸਟ ਤੇ ਆਉਂਦੀਆਂ। ਤੇ ਉਦੋਂ ਮੈਨੂੰ ਐਂ ਲੱਗਿਆ ਕਿ ਅੱਛਾ ਮਤਲਬ ਫਿਰ ਤਾਂ ਜੰਮਦੇ ਹੀ ਸੰਗੀ ਕੁੱਟ ਦੇਣੀ ਚਾਹੀਦੀ ਸੀਗੀ ਸਾਡੀ। ਬਟ ਫਿਰ ਬੀਬੀਆਂ ਨੂੰ ਦੇਖਦੀ ਸੀ, ਬੀਬੀਆਂ ਬਹੁਤ ਹੌਸਲਾ ਦਿੰਦੀਆਂ। ਸਾਰੇ ਬਾਬੇ ਵੀ ਇਦਾਂ ਦੇ ਨਹੀਂ ਸੋਚਦੇ ਸੀਗੇ, ਪਰ ਉਹ ਚੀਜ਼ ਜਿਹੜੀ ਆਪਣੀ ਸੋਸਾਇਟੀ ਦੀ ਪ੍ਰੋਬਲਮ ਹੈਗੀ ਉੱਥੇ ਸੀਗੀ। ਸਭ ਤੋਂ ਪਹਿਲਾਂ ਤਾਂ ਜਾਂਦੇ ਹੀ ਮੇਲ ਗੇਜ਼ ਹੈ ਜਿਹੜਾ ਤੁਸੀਂ ਇੱਕ ਅਟੈਂਸ਼ਨ ਤੁਹਾਨੂੰ ਮਿਲਦੀ ਹੈ ਜਸਟ ਬਿਕਾਜ਼ ਯੂ ਆਰ ਅ ਵੂਮਨ। ਉਹ ਫਿਰ ਕੈਟ ਕਾਲਿੰਗ ਹੈ। ਦੈਨ ਦੇਰ ਇਜ਼ ਇੱਕ ਜਿਹੜਾ ਸਿਸਟਮੈਟਿਕ ਉਹ ਕਹਿ ਲਓ, ਸੈਕਸਿਜ਼ਮ ਕਹਿ ਲਓ, ਕਿ ਜੋ ਤੁਹਾਡਾ ਓਪੀਨੀਅਨ ਹੈ, ਜੋ ਤੁਹਾਡੀ ਕੰਟਰੀਬਿਊਸ਼ਨ ਹੈ, ਉਸਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ। ਪਹਿਲਾਂ ਜਦ ਮੈਂ ਆਪਣੀ ਮਮ ਨਾਲ ਆਈ ਸੀ ਉਦੋਂ ਵੀ ਦੇਰ ਵਾਜ਼ ਦਿਸ ਇੱਕ ਮੁੰਡਾ ਸਾਡੇ ਪਿੱਛੇ ਪਿੱਛੇ, ਮਤਲਬ ਟਰਾਲੀਆਂ ਤੋਂ ਲੈ ਕੇ ਸਟੇਜ ਤੱਕ ਸਾਡੇ ਪਿੱਛੇ ਪਿੱਛੇ ਆ ਰਿਹਾ ਸੀ। ਜਿਵੇਂ ਆਪਾਂ ਸਟੇਜ ਕੋਲ ਪਹੁੰਚਦੇ ਹਾਂ ਉਹਨੇ ਆਪਣੇ ਫੋਨ ਦਾ ਕੈਮਰਾ ਕੱਢਿਆ, ਸੈਲਫੀ ਖਿੱਚੀ ਤੇ ਸੈਲਫੀ ਦੇ ਵਿੱਚ ਪੂਰੀ ਦੀ ਪੂਰੀ ਮੇਰੀ ਫੋਟੋ ਸੀ ਪਿੱਛੇ, ਮੈਂ ਉਹਦੇ ਪਿੱਛੇ ਖੜੀ ਸੀ। ਤੇ ਮੈਂ ਉਹਦਾ ਫੋਨ ਫੜ ਲਿਆ ਤੇ ਮੈਂ ਪਿਕਚਰ ਉਸੇ ਵੇਲੇ ਡਿਲੀਟ ਕਰਤੀ ਤੇ ਮੈਂ ਉਹਨੂੰ ਕਨਫਰੰਟ ਕੀਤਾ ਕਿ ਤੂੰ ਮਤਲਬ ਵਾਟ ਆਰ ਯੂ ਡੂਇੰਗ। ਪਰ ਆਲੇ ਦੁਆਲੇ ਕੁਝ ਲੋਕ ਸੀ ਜਿਨ੍ਹਾਂ ਨੇ ਇੱਕ ਦੋ ਚੀਜ਼ਾਂ ਉਹਨੂੰ ਕਹੀਆਂ, ਪਰ ਮਤਲਬ ਓਵਰਆਲ ਗੱਲ ਠੰਡੀ ਪਾ ਦਿੱਤੀ ਗਈ। ਬਟ ਦ ਮੇਨ ਇਸ਼ੂ ਵਾਸ ਕਿ ਮੇਰੀ ਕੰਟਰੀਬਿਊਸ਼ਨਸ ਨੂੰ ਉੱਥੇ ਦੇਖਿਆ ਨਹੀਂ ਜਾ ਰਿਹਾ, ਮੈਨੂੰ ਸੀਰੀਅਸਲੀ ਨਹੀਂ ਲਿਆ ਜਾਂਦਾ। ਉਹਨਾਂ ਨੂੰ ਲੱਗਦਾ ਹੈ ਕਿ ਕੁੜੀਆਂ ਜੋ ਕੰਮ ਕਰਦੀਆਂ ਨੇ ਦੈਟਸ ਮਤਲਬ ਉਹ ਇੰਨਾ ਇੰਪੋਰਟੈਂਟ ਨਹੀਂ ਹੁੰਦਾ। ਕੁੜੀਆਂ ਇੱਥੇ ਬਸ ਮਤਲਬ ਫੋਟੋ ਵਗੈਰਾ ਹੀ ਖਿੱਚਣ ਆਈਆਂ ਆ ਜਾਂ ਫਿਰ ਇੱਥੇ ਬਸ ਐਵੇਂ ਵੈਸੇ ਘੁੰਮਣ ਆਈਆਂ ਨੇ। ਉਹ ਮਤਲਬ ਸੇਵਾ ਨਹੀਂ ਕਰਨਾ ਹੈ ਜਾਂ ਉਸ ਰੈਵੋਲੂਸ਼ਨ ਦਾ ਕੋਈ ਇੰਪੋਰਟੈਂਟ ਹਿੱਸਾ ਨਹੀਂ ਹੈ। ਜਿਹਨੂੰ ਐਜ਼ ਅ ਰੈਵੋਲੂਸ਼ਨ ਕਾਊਂਟ ਕਰਦੇ ਆ ਤੇ ਸਾਡੀ ਐਕਸਪੈਕਟੇਸ਼ਨਸ ਵੀ ਇਹ ਤੋਂ ਕਾਫੀ ਵੱਧ ਜਾਂਦੀਆਂ ਨੇ। ਤੇ ਤਾਂ ਹੀ ਜਦੋਂ ਅਸੀਂ ਉੱਥੇ ਸ਼ਟ ਡਾਊਨ ਹੋ ਗਏ ਸੀ ਕਿ ਤੁਸੀਂ ਇਸ ਚੀਜ਼ਾਂ ਬਾਰੇ ਗੱਲ ਨਹੀਂ ਕਰਨੀ, ਇਹ ਚੀਜ਼ਾਂ ਨੂੰ ਬਾਹਰ ਨਹੀਂ ਆਉਂਦੇ ਨਾ, ਮੋਰਚੇ ਦਾ ਨਾਮ ਖਰਾਬ ਹੁੰਦਾ ਆ। ਤੇ ਉਹ ਧੱਕਾ ਵੀ ਜ਼ਿਆਦਾ ਲੱਗਦਾ ਹੈ ਕਿਉਂਕਿ ਅਸੀਂ ਇੱਥੇ ਇਹੋ ਜਿਹੀ ਚੀਜ਼ਾਂ ਸੋਚ ਕੇ ਨਹੀਂ ਆਏ ਸੀ ਕਿ ਇੱਥੇ ਆ ਕੇ ਵੀ ਸਾਨੂੰ ਉਹੀ ਰੈਜ਼ਿਸਟੈਂਸ ਮਿਲੇਗੀ। ਅੱਜ ਨਹੀਂ ਤਾਂ ਕੱਲ ਤੁਹਾਨੂੰ ਇਹਨਾਂ ਇਸ਼ੂਜ਼ ਨੂੰ ਐਡਰੈਸ ਕਰਨਾ ਹੀ ਪੈਣਾ ਕਿ ਹਾਂ ਕਈ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਆ ਸਾਡੇ ਪ੍ਰੋਟੈਸਟ ਦੇ ਵਿੱਚ, ਸਾਡੇ ਮੋਰਚੇ ਦੇ ਵਿੱਚ। ਤੇ ਇਹ ਪ੍ਰੋਬਲਮਸ ਵੀ ਜੈਨੂਇਨ ਹੈਗੀਆਂ, ਔਰਤਾਂ ਦੀਆਂ ਪ੍ਰੋਬਲਮਸ ਬਿਲਕੁਲ ਜੈਨੂਇਨ ਹੈਗੀਆਂ। ਜੇ ਉਹ ਬੋਲ ਰਹੀਆਂ ਆਪਦੇ ਹੱਕਾਂ ਦੀ ਡਿਮਾਂਡ ਕਰ ਰਹੀਆਂ, ਦੇ ਆਰ ਆਸਕਿੰਗ ਫॉर ਬੈਟਰ ਥਿੰਗਸ, ਤਾਂ ਉਹਨਾਂ ਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈ। ਜਿਹੜੇ ਪ੍ਰੋਗਰੈਸਿਵ ਜ਼ਿਆਦਾ ਆਪਣੇ ਆਪ ਨੂੰ ਕਹਿੰਦੇ ਨੇ ਜਾਂ ਬਹੁਤ ਲਿਟਰੇਟ ਕਹਿੰਦੇ ਨੇ, ਉਹੀ ਲੋਕੀ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਕਿੱਦਾਂ ਉਹ ਅਬਿਊਜ਼ ਕਰ ਸਕਦੇ ਨੇ। ਦੇ ਹੈਵ ਦ ਪਲਾਨ, ਦੇ ਨੋ ਇਟ, they have been doing it. Progressive men I think are more harmful than ਪਿੰਡਾਂ ਵਾਲੇ ਮੁੰਡੇ ਇਦਾਂ ਨਹੀਂ ਕਰਦੇ। ਲਾਈਕ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇੱਥੇ ਜਦੋਂ ਮੈਂ ਰਹਿੰਦੀ ਹਾਂ, ਕਿਉਂਕਿ ਬਹੁਤ ਹੀ ਆਦਰ ਸਤਿਕਾਰ ਨਾਲ ਗੱਲ ਕਰਦੇ ਨੇ। ਠੀਕ ਹੈ 100 ਵਿੱਚੋਂ 2 ਤੁਹਾਨੂੰ ਸ਼ਾਇਦ ਦੇਖ ਲੈਣ ਗਲਤ ਨਜ਼ਰ ਨਾਲ, ਬਟ ਮੈਨੂੰ ਇੰਨਾ ਪਤਾ ਕਿ ਜੇ ਮੈਂ ਇੱਥੇ ਖੜੇ ਹੋ ਕੇ ਕਿਸੇ ਬਾਪੂ ਨੂੰ ਕਿਹਾ ਜਾਂ ਕਿਸੇ ਮੇਲ ਜਿਹੜੇ ਸਾਡੇ ਨਾਲ ਪਿੰਡਾਂ ਵਾਲੇ ਨੇ ਉਹਨਾਂ ਨੂੰ ਕਿਹਾ ਕਿ ਮੈਨੂੰ ਦਿੱਕਤ ਹੈ, ਉਹ ਮੇਰੇ ਲਈ ਖੜੇ ਹੁੰਦੇ ਨੇ ਤੇ ਹੋਏ ਵੀ ਨੇ ਪਹਿਲੇ ਵੀ।
ਪ੍ਰੋਟੈਸਟ ਤੇ ਪਹੁੰਚਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਲੜਾਈ ਤਾਂ ਘਰੇ ਹੀ ਹੋ ਜਾਂਦੀ ਹੈ ਕਿ ਤੂੰ ਪ੍ਰੋਟੈਸਟ ਤੇ ਜਾਣਾ ਹੈ, ਮਤਲਬ ਪਹਿਲਾਂ ਤਾਂ ਉਹ ਲੜਾਈ ਲੜੋ, ਘਰ ਦੀ ਲੜਾਈ। ਉਸ ਤੋਂ ਬਾਅਦ ਜਦੋਂ ਤੁਸੀਂ ਫਾਈਨਲੀ ਉੱਥੇ ਪਹੁੰਚ ਵੀ ਜਾਂਦੇ ਹੋ, ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਅੱਛਾ ਮੇਰੀ ਤਾਂ ਵਾਰੀ ਨਹੀਂ ਹੋਣੀਗੀ, ਕਿਉਂਕਿ ਇੱਥੇ ਤਾਂ ਸਾਰੇ ਬੰਦੇ ਹੀ ਬੰਦੇ ਹੈਗੇ। ਤਾਂ ਉਹ ਚੀਜ਼ ਤੁਹਾਨੂੰ ਫਿਰ ਕਿਤੇ ਨਾ ਤੁਹਾਡਾ ਅੰਦਰਲਾ ਇੱਕ ਹਿੱਸਾ ਮਰ ਜਾਂਦਾ ਹੈ ਇਹ ਦੇਖ ਕੇ। ਇਸ ਦੇ ਬਾਵਜੂਦ ਔਰਤਾਂ ਜਿਹੜੀਆਂ ਹੈਗੀਆਂ ਆਪਦੀ, ਜਿਵੇਂ ਕਿ ਉਹਨਾਂ ਦੇ ਵਿੱਚੋਂ ਸ਼ਕਤੀ ਹੀ ਰੱਬ ਨੇ ਇਸ ਤਰੀਕੇ ਦੀ ਦਿੱਤੀ ਹੁੰਦੀ ਹੈ ਕਿ ਉਹ ਆਪਦੀ ਸਪੇਸ ਬਣਾ ਲੈਂਦੀਆਂ, ਉੱਪਰ ਉਹਦੇ ਵਿੱਚ એનર્ਜੀ ਜਿਹੜੀ ਸਪੈਂਡ ਹੁੰਦੀ ਹੈ, ਉਸ ਚੀਜ਼ ਨੂੰ ਵੀ ਆਪਾਂ ਨੂੰ ਕੰਸੀਡਰ ਕਰਨਾ ਪਊਗਾ। ਜਿਹੜਾ ਆਪਣਾ ਓਪਰੈਸਰ ਹੈਗਾ, ਜਿਹੜੀ ਇਹ ਫਾਸੀਵਾਦ ਹੈਗਾ, ਇਹ ਥ੍ਰੈਟਨ ਵੀ ਬਹੁਤ ਫੀਲ ਕਰਦਾ ਹੈਗਾ ਔਰਤਾਂ ਤੋਂ। ਇਹ ਗੱਲ ਵੀ ਸੱਚੀ ਹੈਗੀ ਹੈ, ਇਹ 16 ਆਨੇ ਸੱਚ ਹੈਗੀ ਹੈ। ਅਸੀਂ ਸਿਰਫ ਦੋ ਨਾਮ ਸੁਣਦੇ ਹਾਂ, ਜਾਂ ਤਾਂ ਬਿੰਦੂ ਜੀ ਦਾ ਨਾਮ ਸੁਣਦੇ ਹਾਂ ਜਾਂ ਸੁਖਿੰਦਰ ਮੈਡਮ ਦਾ ਨਾਮ ਸੁਣਦੇ। ਇਸ ਤੋਂ ਇਲਾਵਾ ਉਹ ਦੋਨੋਂ ਵੀ ਮੇਨ ਲੀਡਰਸ਼ਿਪ ਰੋਲ 'ਚ ਨਹੀਂ ਹੈ। ਜਿਹੜੀਆਂ ਮੇਨ ਲੀਡਰਸ਼ਿਪ ਰੋਲ 'ਚ ਸਿਰਫ ਦੇਰ ਓਨਲੀ ਮੈਨ। ਜਿਹੜੇ ਹਰਡਲਸ ਹੈ ਉਹ ਸਾਡੇ ਰਸਤੇ 'ਚ ਇੰਨੇ ਜ਼ਿਆਦਾ ਹੈ ਕਿ ਆਪਾਂ ਲੀਡਰਸ਼ਿਪ ਪੋਜੀਸ਼ਨ 'ਚ ਪਹੁੰਚਦੇ ਵੀ ਆਰ ਐਗਜ਼ੌਸਟਡ ਔਰ ਵੀ ਆਰ ਸਾਈਡ ਲਾਈਨ, ਕਿਉਂਕਿ ਸਾਡਾ ਲੀਡਰਸ਼ਿਪ 'ਚ ਆਉਣਾ ਇਜ਼ ਮੇਕਿੰਗ men around us so uncomfortable, and not just men। ਬਹੁਤ ਔਰਤਾਂ ਵੀ ਇੱਦਾਂ ਦੀਆਂ ਜਿਨ੍ਹਾਂ ਦੇ ਅੰਦਰ ਮਿਸੋਜਨੀ ਜਾਂ ਪੇਟਰੀਆਰਕੀ ਇੰਟਰਨਲਾਈਜ਼ ਹੋ ਚੁੱਕੀ ਹੈ ਕਿ ਉਹ ਔਰਤਾਂ ਨੂੰ ਪੋਜੀਸ਼ਨ ਆਫ ਪਾਵਰ ਦੇ ਵਿੱਚ ਨਹੀਂ ਦਿਖਣਾ। ਇੱਕ ਰੈਵੋਲੂਸ਼ਨ ਚੱਲ ਰਹੀ ਹੈ, ਪਰ ਜੇ ਇਹਦੇ ਨਾਲ ਆਪਾਂ ਫੈਮਿਨਿਜ਼ਮ ਦਾ ਜਾਂ ਔਰਤਾਂ ਦੀ ਰਾਈਟ ਦਾ ਇੰਟਰਸੈਕਸ਼ਨ ਨਹੀਂ ਕਰਾਂਗੇ ਤਾਂ ਇਹ ਰੈਵੋਲੂਸ਼ਨ ਅੱਜ ਲਈ ਕਿੱਦਾਂ ਰੈਲੇਵੈਂਟ ਹੈ ਇਹ ਸਮਝਣ ਦੀ ਲੋੜ ਹੈ। ਵੂਮਨ ਪਾਰਟਿਸਿਪੇਸ਼ਨ, ਮੈਨੂੰ ਲੱਗਦਾ ਕਿ ਯੰਗ ਕੁੜੀਆਂ ਨੂੰ ਖੁਦ ਵੀ ਅੱਗੇ ਆਉਣਾ ਪਏਗਾ। ਆਨ ਧਰਨੇ ਤੇ ਕਿਉਂ ਇਹ ਕਹਿੰਦੀਆਂ ਨੇ ਕਿ ਸਾਨੂੰ ਡਰ ਹੈ ਜਾਂ ਸਾਨੂੰ, ਮੈਨੂੰ ਔਰ ਮੰਨਤ ਨੂੰ ਵੀ ਬਹੁਤ ਡਰ ਲੱਗਦਾ ਸੀ ਪੁਆਇੰਟ ਤੇ, ਬਟ ਆਪਾਂ ਖੜੇ ਰਹੇ, ਆਪਾਂ ਉੱਥੇ ਬੈਠੇ ਰਹੇ ਤੇ ਅਸੀਂ ਬਿਲਕੁਲ ਪੁਆਇੰਟ ਟੂ ਪੁਆਇੰਟ ਆਪਾਂ ਡਟ ਕੇ ਸਾਹਮਣਾ ਕੀਤਾ ਉਸ ਮੂਵਮੈਂਟ ਦਾ ਜਾਂ ਉਸ ਬੰਦੇ ਦਾ, ਜਾਂ ਇੱਥੇ ਜਿਹੜੇ ਜਿੰਨੇ ਵੀ ਮੁੰਡੇ ਨੇ ਅਸੀਂ ਸਾਹਮਣਾ ਕੀਤਾ ਸੀ, ਦੱਸਿਆ ਕਿ ਨਹੀਂ ਵੀ ਆਰ ਇੰਪੋਰਟੈਂਟ, ਸਾਡੀ ਸਪੇਸ ਹੈਗੀ ਹੈ, ਤੁਸੀਂ ਘੱਟ ਨਹੀਂ ਕਰ ਸਕਦੇ।